ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ। ਐਸੋ ਅਚਰਜ ਦੇਖਿਓ ਕਬੀਰ, ਦਦ ਕਹਿ ਭੂਲੈ ਬਿਰੋਲੈ ਨੀਰ ਰਹਾਉ। ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹੀਗੈ ਮਰੈ। ਮਾਤਾ ਭੈਂਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਕਹੋ ਕਬੀਰ ਪ੍ਰਗਟ ਭਈ ਖੇਡ, ਲੈ ਕਉ ਚੂਗੈ ਨਿਤ ਭੇਡ। ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਸਾਧ ਸੰਗਤ ਜੀ, ਇੱਥੇ 14 ਸ਼ਬਦ ਸੰਪੂਰਨ ਹੋਏ ਨੇ। ਜੋ ਪਿੱਛੇ ਆਰੰਭ ਵਿੱਚ ਸਰਲੇਖ ਆਇਆ ਸੀ ਨਾ ਕਿ ਚੌਪ ਦੇ 14, ਦੇਖੋ ਇੱਥੇ ਚੌਪ ਦੇ ਸ਼ਬਦ 14 ਜਿਹੜੇ ਨੇ ਸੰਪੂਰਨ ਹੋ ਗਏ ਨੇ। ਅੱਗੋਂ 5 ਪਦਿਆਂ ਦੀ ਆਰੰਭਤਾ ਹੋ ਰਹੀ ਹੈ। ਸਰਲੇਖ ਆਇਆ ਸੀ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ। ਭਗਤ ਕਬੀਰ ਜੀ ਦੇ ਸ਼ਬਦ ਦੇ ਨਾਲ ਪੰਚਮ ਪਾਤਸ਼ਾਹ ਜੀ ਨੇ ਰਲਾ ਕੇ ਉਚਾਰਨ ਕੀਤਾ ਹੋਇਆ ਹੈ। ਸੋ ਇਹ ਗੁਰਬਾਣੀ ਦੀ ਭਗਤ ਬਾਣੀ ਦੇ ਨਾਲ ਅਭੇਦਤਾ ਸਤਿਗੁਰੂ ਜੀ ਨੇ ਦਰਸਾਈ ਹੈ। ਇਉਂ ਵੀ ਕਹੀਏ ਕਿ ਭਗਤ ਜੀ ਦੀ ਬਾਣੀ ਵਿੱਚੋਂ ਅੰਸ਼ ਲੈ ਕੇ ਸਰੋ ਪਾਓ ਰੂਪ ਮਾਨ ਸਤਕਾਰ ਰੂਪ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਇਸ ਪ੍ਰਕਾਰ ਇਹ ਅਭੇਦਤਾ ਹੈ ਕਿ ਵੱਖਰੇ ਵੱਖਰੇ ਨਾ ਸਮਝਣਾ। ਗੁਰੂ ਕੀ ਬਾਣੀ ਔਰ ਭਗਤ ਬਾਣੀ ਦੀ ਅਭੇਦਤਾ ਸਤਿਗੁਰੂ ਜੀ ਨੇ ਇੱਥੇ ਦਰਸਾਈ ਹੈ। ਪਾਠ ਆਇਆ ਸੀ ਮਾਤਾ ਭੈਂਸਾ ਅਮੂਹਾ ਜਾਏ। ਇੱਥੇ ਮਾਤਾ ਨਹੀਂ ਬੋਲਣਾ, ਮਾਤਾ ਕੱਸ ਕੇ। ਮਾਤਾ ਦਾ ਭਾਵ ਹੈ ਮਸਤ। ਅੰਮੂਹਾ, ਅੰਮੂਹਾ ਤੋਂ ਭਾਵ ਅਮੋੜ, ਜਿਹੜਾ ਆਪਣੀ ਮਰਜ਼ੀ ਨਾਲ ਹੀ ਤੁਰਿਆ ਫਿਰੇ। ਇਉਂ ਅਰਥ ਨੇ, ਅੰਤਰੀਵ ਅਰਥ ਬਹੁਤ ਡੂੰਘੇ ਨੇ। ਕਥਾ ਵਿਚਾਰ ਵਿੱਚ ਸੰਗਤਾਂ ਸਰਵਣ ਕਰਦੀਆਂ ਨੇ। ਚਲੋ ਆਪਾਂ ਅੱਗੇ ਅੰਮ੍ਰਿਤ ਰੂਪ ਬਾਣੀ ਦੇ ਪਾਠ ਦਰਸ਼ਨ ਕਰੀਏ। ਗੌੜੀ ਕਬੀਰ ਜੀ ਪੰਚ ਪਦੇ। ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾ ਹੀਨਾ। ਹੀਨਾ ਹੀਨਾ ਪੂਰਬ ਜਨਮ ਹਉ ਤਪ ਕਾ ਹੀਨਾ। ਅਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੈ ਬਨਾਰਸ ਮਤ ਭਈ ਥੋਰੀ ਰਹਾਉ। ਸਗਲ ਜਨਮ ਸੇਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ। ਬਹੁਤ ਬਰਸ ਤਪ ਕੀਆ ਕਾਸੀ, ਮਰਨ ਭਇਆ ਮਗਹਰ ਕੀ ਬਾਸੀ। ਕਾਸੀ ਮਗਹਰ ਸਮ ਵਿਚਾਰੀ, ਓਛੀ ਭਗਤ ਕੈਸੇ ਉਤਰਸ ਪਾਰੀ। ਕਹੋ ਗੁਰ ਗਜ ਸੇਵ ਸਭ ਕੋ ਜਾਣੈ, ਮੁਆ ਕਬੀਰ ਰਮਤ ਸ੍ਰੀ ਰਾਮੈ। ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਇਸ ਤਾਨ ਧਨ ਕੀ ਕਵਨ ਬਡਾਈ, ਧਰਨ ਪਰੈ ਉਰਵਾਰ ਨਾ ਜਾਈ ਰਹਾਉ। ਰਾਤ ਜੇ ਸੋਵਹਿ ਦਿਨ ਕਰਹਿ ਕਾਮ, ਇਕ ਖਿਨ ਲੇਹਿ ਨਾ ਹਰ ਕੋ ਨਾਮ। ਹਾਥ ਤਡੋਰ ਮੁਖ ਖਾਇਓ ਤੰਬੋਰ, ਮਰਤੀ ਬਾਰ ਕਸ ਬਾਧਿਓ ਚੋਰ। ਗੁਰਮਤਿ ਰਸ ਰਸ ਹਰ ਗੁਣ ਗਾਵੈ, ਰਾਮੈ ਰਾਮ ਰਮਤ ਸੁਖ ਪਾਵੈ। ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਬਾਸ ਸੁਗੰਧ ਬਸਾਈ। ਕਹਿਤ ਕਬੀਰ ਚੇਤ ਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ। ਗੌੜੀ ਕਬੀਰ ਜੀ ਤੇ ਪਦੇ 4 ਤੁਕੇ। ਜਮ ਤੇ ਉਲਟ ਭਏ ਹੈ ਰਾਮ, ਦੁਖ ਬਿਨਸੇ ਸੁਖ ਕੀਓ ਵਿਸਰਾਮ। ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੋ ਜਨ ਭਏ ਚੀਤਾ। ਅਬ ਮੋਹਿ ਸਰਬ ਕੁਸਲ ਕਰ ਮਾਨਿਆ, ਸਾਂਤ ਭਈ ਜਬ ਗੋਬਿੰਦ ਜਾਣਿਆ ਰਹਾਉ। ਤਨ ਮਹਿ ਹੋਤੀ ਕੋਟ ਉਪਾਦ, ਉਲਟ ਭਈ ਸੁਖ ਸਹਿਜ ਸਮਾਦ। ਆਪ ਪਛਾਨੈ ਆਪੈ ਆਪ, ਰੋਗ ਨਾ ਵਿਆਪੈ ਤੀਨੋ ਤਾਪ। ਅਬ ਮਨ ਉਲਟ ਸਨਾਤਨ ਕੂਆ, ਤਬ ਜਾਣਿਆ ਜਬ ਜੀਵਤ ਮੂਆ। ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ।
ਗੌੜੀ ਕਬੀਰ ਜੀ ਪਿੰਡ ਮੂਐ ਜੀਉ ਕਿਹ ਘਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ। ਸਾਕਰ ਥੋੜਾ ਕੱਸ ਕੇ ਪਾਠ ਹੋਵੇਗਾ, ਇੱਥੇ ਸ਼ੱਕਰ ਤੋਂ ਭਾਵ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਸਾਕਾਰ ਵੱਖਰਾ ਵੱਖਰਾ ਨਹੀਂ ਕਰਨਾ ਜਾਂ ਹੋਰ ਕਿਸੇ ਤਰ੍ਹਾਂ ਉਚਾਰਨ ਨਹੀਂ ਕਰਨਾ। ਸਾਕਰ ਸ਼ੱਕਰ ਤੋਂ ਭਾਵ ਹੈ ਜਿਉਂ ਗੂੰਗੇ ਸਾਕਰ ਮਨ ਮਾਨਿਆ। ਜਿਵੇਂ ਗੂੰਗਾ ਸ਼ੱਕਰ ਦਾ ਸਵਾਦ ਤਾਂ ਲੈਂਦਾ ਹੈ ਪਰ ਦੱਸ ਨਹੀਂ ਨਾ ਸਕਦਾ ਬੋਲ ਕੇ ਕਿ ਕਿਹੋ ਜਿਹਾ ਸਵਾਦ ਹੈ, ਇਵੇਂ ਪਰਮਾਤਮਾ ਦੇ ਨਾਮ ਦਾ ਸਵਾਦ ਆਨੰਦ ਐਸਾ ਹੀ ਹੈ। ਜਿਨ ਰਾਮ ਜਾਣਿਆ ਤਿਨਹਿ ਪਛਾਨਿਆ, ਉਹਨਾਂ ਨੇ ਪਛਾਣਿਆ ਹੈ, ਉਹਨਾਂ ਨੇ ਜਾਣਿਆ, ਜਾਣਨ ਵਾਲਿਆਂ ਨੇ ਪਛਾਣਿਆ ਹੈ, ਉਹਨਾਂ ਨੂੰ ਗਿਆਨ ਹੋਇਆ, ਉਹਨਾਂ ਨੂੰ ਹੀ ਆਨੰਦ ਆਇਆ ਕਿ ਇਹ ਰਸ ਹੈ ਕੈਸਾ ਜਿਉਂ ਗੂੰਗੇ ਸਾਕਰ ਮਨ ਮਾਨਿਆ। ਜਿਉ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ। ਸੋ ਗੁਰ ਕਰਹੁ ਜੇ ਬਹੁਰ ਨ ਕਰਨਾ ਸੋ ਪਦ ਰਵਹੁ ਜੇ ਬਹੁਰ ਨ ਰਵਨਾ ਸੋ ਧਿਆਨ ਧਰਹੁ ਜੇ ਬਹੁਰ ਨ ਧਰਨਾ ਐਸੇ ਮਰਹੁ ਜੇ ਬਹੁਰ ਨ ਮਰਨਾ। ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਹਾਵੋ। ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ। ਆਪ ਤੇਜ ਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ। ਕਹਿ ਕਬੀਰ ਨਿਰੰਜਨ ਧਿਆਵੋ ਤਿਤ ਘਰ ਜਾਓ ਜੇ ਬਹੁਰ ਨ ਆਵੋ। ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਓ ਪਾਈਐ ਇੱਥੇ ਜੋ ਤੇ ਪਦੇ ਦੇ ਥੱਲੇ 15 ਅੰਕ ਆਇਆ ਹੈ, ਇਹਦਾ ਭਾਵ ਹੈ ਕਿ ਅੱਗੇ ਹੁਣ 15 ਤੇ ਪਦੇ ਆਉਣੇ ਆ। ਕੱਲ੍ਹ ਵੀ ਸਿੰਘਾਂ ਨੇ ਪੁੱਛਿਆ ਸੀ ਕਿ ਇਹ ਜੋ ਪੈਰਾਂ ਵਿੱਚ ਚਰਨਾਂ ਵਿੱਚ ਅੰਕ ਲੱਗੇ ਹਨ ਇਹਦਾ ਕੀ ਸੰਕੇਤ ਹੈ। ਸੋ ਸਾਧ ਸੰਗਤ ਜੀ ਜੋ ਮਹਾਂਪੁਰਸ਼ਾਂ ਤੋਂ ਵੱਡਿਆਂ ਤੋਂ ਸੁਣਦੇ ਆ ਰਹੇ ਹਾਂ, ਕਿਤੇ ਤਾਂ ਇਹ ਸ਼ਬਦਾਂ ਦੀ ਗਿਣਤੀ ਹੈ, ਜਿਵੇਂ ਇੱਥੇ 15 ਸ਼ਬਦਾਂ ਦੀ ਗਿਣਤੀ ਹੈ, ਅੱਗੇ ਕਿਤੇ ਪਦੇ 15 ਆਉਣੇ ਹਨ। ਅਤੇ ਕਿਤੇ ਘਰਾਂ ਦਾ ਸੂਚਕ ਵੀ ਮੰਨਿਆ ਗਿਆ ਹੈ ਸ਼ਬਦਾਰਥ ਪੋਥੀ ਦੇ ਵਿੱਚ, ਅਤੇ ਮਹਾਂਪੁਰਸ਼ਾਂ ਨੇ ਕਥਾ ਵਿੱਚ ਵੀ ਘਰ ਦਾ ਸੰਕੇਤਕ ਮੰਨਿਆ ਹੈ। ਪਰ ਕਈ ਸ਼ਬਦ ਐਸੇ ਹਨ ਜਿਹੜੇ ਗੌੜੀ ਪੂਰਬੀ ਦੇ ਥੱਲੇ ਜਾਂ ਚੇਤੀ ਦੇ ਥੱਲੇ ਆਏ ਹਨ, ਉਹ ਗੌੜੀ ਪੂਰਬੀ ਦੇ ਪ੍ਰਕਾਰ ਦੇ ਵਾਚਕ ਹਨ। ਵੀ ਇਸ ਤਰ੍ਹਾਂ ਦੇ ਉਹ ਰਾਗੀ ਸਿੰਘਾਂ ਦਾ ਜੋ ਬਹੁਤ ਡੂੰਘਾ ਸੰਗੀਤ ਦਾ ਗਿਆਨ ਰੱਖਦੇ ਹਨ ਉਹਨਾਂ ਦਾ ਵਿਸ਼ਾ ਹੈ। ਅਤੇ ਇੱਕ ਬਚਨ ਮਹਾਂਪੁਰਸ਼ਾਂ ਨੇ ਸੰਤ ਗਿਆਨੀ ਦਰਸ਼ਨ ਸਿੰਘ ਜੀ ਨੇ ਦੱਸਿਆ ਸੀ ਵੀ ਇਹ ਆਤਮਿਕ ਅਵਸਥਾ ਜਿਹੜੀਆਂ ਜੀਵ ਜਦੋਂ ਪਰਮਾਰਥ ਦੇ ਰਾਹ 'ਤੇ ਤੁਰਦਾ ਹੈ ਤਾਂ ਸੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ ਸੋਏ ਅਸੰਸਕਤ ਪਦਾਰਥ ਭਾਵਨੀ ਆਦਿਕ ਜਿਹੜੀਆਂ ਹਨ ਉਹ ਸਤ ਗਿਆਨ ਦੀਆਂ ਭੂਮਿਕਾ ਮੰਨੀਆਂ ਗਈਆਂ ਹਨ। ਜਿਵੇਂ ਜਪਜੀ ਸਾਹਿਬ ਵਿੱਚ 5 ਖੰਡ ਮੰਨੇ ਗਏ ਹਨ, ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਅਰਥ ਜੋ ਹੈ ਪੰਡਤ ਤਾਰਾ ਸਿੰਘ ਜੀ ਨਰੋਤਮ ਨੇ ਇਹ ਮੰਜ਼ਲਾਂ ਦਾ ਅਵਸਥਾਵਾਂ ਦਾ ਕੀਤਾ ਹੈ। ਸੋ ਸਾਰਾ ਭੇਦ ਜਿਉਂ-ਜਿਉਂ ਅਸੀਂ ਬਾਣੀ 'ਚ ਖੁੱਭੀ ਜਾਵਾਂਗੇ, ਸੁਰਤੀ ਗੁਰੂ ਸਾਹਿਬ ਸਾਡੀ ਅੰਤਸ਼ਕਰਨ ਨੂੰ ਮਨ ਨੂੰ ਨਿਰਮਲ ਕਰ ਦੇਣਗੇ ਤਾਂ ਇਹ ਅਨੁਭਵ ਆਵੇਗਾ। ਸਾਧ ਸੰਗਤ ਜੀ ਸਾਰੇ ਹੀ ਬਾਣੀ ਦਾ ਅਸੀਂ ਅੰਤ ਨਹੀਂ ਪਾ ਸਕਦੇ, ਗੁਰੂ ਦੀ ਬਾਣੀ ਅਗਾਧ ਬੋਧ ਹੀ ਰਹਿਣੀ ਚਾਹੀਦੀ ਹੈ। ਇਹਦਾ ਭੇਦ ਗੁਰੂ ਸਾਹਿਬ ਹੀ ਜਾਣਦੇ ਆ। ਪਰ ਇੱਥੇ ਜੋ ਸੰਕੇਤ ਆਇਆ ਹੈ ਹੁਣ 15, ਇਹ ਤੁਸੀਂ ਦੇਖੋਗੇ ਕਿ 15 ਅੱਗੇ ਸ਼ਬਦ ਪੂਰੇ 3 ਪਦਿਆਂ ਵਾਲੇ ਆਉਣਗੇ। ਸੋ ਇੱਥੋਂ ਸ਼ਰਵਣ ਕਰੀਏ ਜੀ। ਹਾਂਜੀ, ਗੌੜੀ ਕਬੀਰ ਜੀ ਤੇ ਪਦੇ ਇਹ ਜੋ ਹਨ ਇਹ ਪੈਰਾਂ ਵਿੱਚ ਚਰਨਾਂ ਵਿੱਚ ਆਏ ਹਨ ਅੰਕ, ਇਸ ਕਰਕੇ ਬੋਲਣੇ ਨਹੀਂ, ਉਚਾਰਨ ਨਹੀਂ ਕਰਨਾ। ਗੌੜੀ ਕਬੀਰ ਜੀ ਤੇ ਪਦੇ ਕਰਕੇ ਅੱਗੇ ਪਾਠ ਸ਼ੁਰੂ ਕਰਨਾ ਹੈ। ਥੱਲੇ ਪੈਰਾਂ ਵਿੱਚ ਜੋ ਹੈ ਉਹ ਨਹੀਂ ਬੋਲਣਾ। ਹਾਂਜੀ, ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ। ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਉ।
ਬ੍ਰਹਮੈ ਕਥ ਕਥ ਅੰਤ ਨ ਪਾਇਆ, RAM ਭਗਤ ਬੈਠੇ ਘਰ ਆਇਆ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ RAM ਭਗਤ ਨਿਜ ਭਾਗੀ। ਗੌੜੀ ਕਬੀਰ ਜੀ ਜਿਹ ਮਰਨੈ, ਸਭ ਜਗਤ ਤਰਾਸਿਆ। ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ RAM ਨਾ ਜਾਣਿਆ ਰਹਾਉ। ਮਰਨੋ ਮਰਨ ਕਹਿ ਸਭ ਕੋਈ, ਸਹਜੇ ਮਰੈ ਅਮਰ ਹੋਏ ਸੋਈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਗੌੜੀ ਕਬੀਰ ਜੀ ਕਤ ਨਹੀਂ ਠੌਰ, ਮੂਲ ਕਤ ਲਾਵੋ। ਖੋਜਤ ਤਨ ਮਹਿ ਠੌਰ ਨਾ ਪਾਵੋ, ਲਾਗੀ ਹੋਏ ਸੋ ਜਾਣੈ ਪੀਰ। RAM ਭਗਤ ਅਨਿਆਲੇ ਤੀਰ ਰਹਾਉ। ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਣੋ ਸਹਿ ਕੌਣ ਪਿਆਰੀ। ਕਹੋ ਕਬੀਰ ਜਾ ਕੈ ਮਸਤਕ ਭਾਗ, ਸਭ ਪਰਹਰ ਤਾ ਕੋ ਮਿਲੈ ਸੁਹਾਗ। ਗੌੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਅਬ ਕਹੋ RAM ਭਰੋਸਾ ਤੋਰਾ, ਤਬ ਕਹੋ ਅਬ ਕਹੋ RAM ਭਰੋਸਾ ਤੋਰਾ। ਤਬ ਕਾਹੂ ਕਾ ਕਵਨ ਨਿਹੋਰਾ ਰਹਾਉ। ਤੀਨ ਲੋਕ ਜਾ ਕੈ ਹੈ ਭਾਰ, ਸੋ ਕਾਹੇ ਨਾ ਕਰੈ ਪ੍ਰਤ ਪਾਰ। ਕਹੋ ਕਬੀਰ ਇਕ ਬੁੱਧ ਵਿਚਾਰੀ, ਕਿਆ ਬਸ ਜਾਓ ਬਿਖ ਦੇ ਮਹਿਤਾਰੀ। ਗੌੜੀ ਕਬੀਰ ਜੀ ਬੇਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੈ ਵਿਚਾਰ। ਪ੍ਰੀਤ ਬਿਨਾ ਕੈਸੇ ਬਧੈ ਸਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ ਰਹਾਉ। ਸਾਹਨ ਸਤ ਕਰੈ ਜੀ ਆਪਣੈ, ਸੋ ਰਮਈਏ ਕਉ ਮਿਲੈ ਨ ਸੁਪਨੈ। ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਨ ਕਹਿ ਕਬੀਰ। ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਵਾਰ। ਰੇ ਨਰ ਨਾਵ ਚੌੜ ਕਤ ਬੋੜੀ, ਹਰ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਉ। ਸੁਰ ਨਰ ਦਾਦੇ ਲਾਗੀ ਆਗ, ਨਿਕਟ ਨੀਰ ਪਸ ਪੀਵਸ ਨਾ ਝਾਗ। ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਗੌੜੀ ਕਬੀਰ ਜੀ ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਦਵਾ ਕਸ ਨਾ ਭਈ ਮਹਿਤਾਰੀ। ਜਿਹ ਨਰ RAM ਭਗਤ ਨਹਿ ਸਾਧੀ, ਜਨਮਤ ਕਸ ਨਾ ਮੋਹ ਅਪਰਾਧੀ ਰਹਾਉ। ਮੋਚ ਮੋਚ ਗਰਭ ਗਏ ਕੀਨ ਬਚਿਆ, ਬੁੱਢ ਭੁਜ ਰੂਪ ਜੀਵੇ ਜਗ ਮਝਿਆ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਗੌੜੀ ਕਬੀਰ ਜੀ ਜੋ ਜਨ ਲੇਹਿ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੈ ਜਾਉ। ਜੋ ਜਨ ਲੇਹਿ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੈ ਜਾਉ। ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ ਰਹਾਉ। ਜਿਹ ਘਟ RAM ਰਹਿਆ ਭਰਪੂਰ, ਤਿਨ ਕੀ ਪਾਗ ਪੰਕਜ ਹਮ ਧੂਰ। ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਗੌੜੀ ਕਬੀਰ ਜੀ ਗਗਨ ਰਸਾਲ, ਚੋਐ ਮੇਰੀ ਭਾਠੀ। ਸੰਚ ਮਹਾਰਸ ਤਨ ਭਇਆ ਕਾਠੀ, ਵਾ ਕੋ ਕਹੀਐ ਸਹਿਜ ਮਤਵਾਰਾ। ਪੀਵਤ RAM ਰਸ ਗਿਆਨ ਵਿਚਾਰਾ ਰਹਾਉ। ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨਦਿਨ ਜਾਈ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਉ ਅਨਭਉ ਪਾਇਆ।
ਗੌੜੀ ਕਬੀਰ ਜੀ ਮਨ ਕਾ ਸੁਭਾਵ ਮਨ ਹੈ ਬਿਆਪੀ ਮਨ ਹੈ ਮਾਰ ਕਵਨ ਸਿਧ ਥਾਪੀ ਕਵਨ ਸੋ ਮੋਨ ਜੋ ਮਨ ਮਾਰੈ ਮਨ ਕਉ ਮਾਰ ਕਹੋ ਕਿਸ ਤਾਰੈ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭੇਉ ਮਨ ਮਧੂਸੂਦਨ ਤ੍ਰਿਭਵਨ ਦੇਉ। ਗੌੜੀ ਕਬੀਰ ਜੀ। ਓਏ ਜੋ ਦਿਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾ ਸਿਉ ਲਾਗਾ ਬੂਝੈ ਬੂਝਨਹਾਰ ਸੁਭਾਗਾ ਰਹਾਉ ਸੂਰਜ ਚੰਦ ਕਰਹਿ ਉਜਿਆਰਾ ਸਭ ਮਹਿ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੈਗਾ ਸੋਇ ਹਿਰਦੈ ਰਾਮ ਮੁਖ ਰਾਮੈ ਹੋਇ। ਗੌੜੀ ਕਬੀਰ ਜੀ। ਵੇਦ ਕੀ ਪੁੱਤਰੀ ਸਿਮਰਤ ਭਾਈ ਵੇਦ ਕੀ ਪੁੱਤਰੀ ਸ਼ਬਦ ਸਪਸ਼ਟ ਕਰਕੇ ਜੀ। ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਈ ਲੈ ਹੈ ਆਈ ਆਪਨ ਨਗਰ ਆਪ ਤੇ ਬਾਧਿਆ ਮੋਹ ਕੈ ਫਾਦ ਕਾਲ ਸਰ ਸਾਂਧਿਆ ਰਹਾਉ ਕਟੀ ਨਾ ਕਟੈ ਟੂਟ ਨਹਿ ਜਾਈ ਸਾ ਸਾਪਨ ਹੋਏ ਜਗ ਕਉ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ RAM ਕਹਿ ਛੂਟਿਆ। ਗੌੜੀ ਕਬੀਰ ਜੀ। ਦੇ ਮੁਹਾਰ ਲਗਾਮ ਪਹਿਰਾਵੋ ਸਗਲ ਤਜੀਨ ਗਗਨ ਦੌਰਾਵੋ ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕੈ ਪਾਵੜੈ ਭਾਗ ਧਰ ਲੀਜੈ ਰਹਾਉ ਚਲ ਰੇ ਬੈਕੁੰਠ ਤੁਝਹਿ ਲੇ ਤਾਰੋ ਹਿਚ ਹੈ ਤਾ ਪ੍ਰੇਮ ਕੇ ਚਾਬਕ ਮਾਰੋ ਹਿਚ ਹੈ ਤਾ ਪ੍ਰੇਮ ਕੈ ਚਾਬਕ ਮਾਰੋ ਕਹਿਤ ਕਬੀਰ ਭਲੇ ਅਸਵਾਰਾ ਵੇਦ ਕਤੇਬ ਤੇ ਰਹਿ ਨਿਰਾਰਾ। ਗੌੜੀ ਕਬੀਰ ਜੀ। ਜਿਹੇ ਮੁਖ ਪਾਂਚੋ ਅੰਮ੍ਰਿਤ ਖਾਏ ਤਿਹ ਮੁਖ ਦੇਖਤ ਲੂਕਟ ਲਾਏ ਇਕ ਦੁਖ RAM ਰਾਏ ਕਾਟਹੁ ਮੀਰਾ ਅਗਨ ਦਹੈ ਅਰ ਗਰਭ ਬਸੇਰਾ ਰਹਾਉ ਕਾਇਆ ਬੇਗੂਤੀ ਬਹੁ ਬਿਦ ਭਾਤੀ ਕੋ ਜਾਰੇ ਕੋ ਗਡਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵਹੁ ਪਾਛੇ ਤੇ ਜਮ ਕਿਉ ਨਾ ਪਠਾਵਹੁ। ਅੱਛਾ ਸਾਧ ਸੰਗਤ ਜੀ ਇਹ ਜੋ ਪਾਠ ਦੇ ਮੁਹਾਰ ਲਗਾਮ ਪਹਿਰਾਵ ਵਾਲਾ ਸੀ ਇਹਦੇ ਵਿੱਚ ਦੋ ਪਾਠ ਪੜ੍ਹਾਏ ਜਾਂਦੇ ਸੰਪਰਦਾਇ ਵਿੱਚ। ਪਹਿਲਾ ਪਾਠ ਪੜ੍ਹਾਇਆ ਜਾਂਦਾ ਸਗਲ ਤਜੀਨ ਗਗਨ ਦੌਰਾਵੋ ਸਾਰਾ ਕੁਝ ਤਿਆਗ ਕੇ ਸੰਸਾਰ ਦੇ ਪਦਾਰਥਾਂ ਦਾ ਮੋਹ ਦਾ ਤਿਆਗ ਕਰਕੇ ਸਗਲ ਤਜੀਨ ਗਗਨ ਦੌਰਾਵੋ। ਦੂਸਰਾ ਪਾਠ ਹੈ ਸਗਲਤ ਜੀਨ ਤਤਾ ਲੱਲੇ ਨਾਲ ਜੋੜ ਕੇ ਸਗਲਤ ਜੀਨ ਗਗਨ ਦੌਰਾਵ। ਇਸ ਤਰ੍ਹਾਂ ਇਹ ਦੋ ਤਰ੍ਹਾਂ ਦਾ ਪਾਠ ਸੰਪਰਦਾਇ ਵਿੱਚ ਕਰਾਇਆ ਜਾਂਦਾ ਹੈ। ਇੱਥੇ ਜਿਹੜਾ ਪਾਠ ਮੁੱਖ ਲਿਖਿਆ ਹੈ ਪੋਥੀ ਤੇ ਕਹੋ ਕਬੀਰ ਹਰ ਚਾਰਣ ਦਿਖਾਵਹੁ ਪਾਛੈ ਤੇ ਜਮ ਕਿਉ ਨਾ ਪਠਾਵਹੁ। ਗੌੜੀ ਕਬੀਰ ਜੀ। ਆਪੇ ਪਾਵਕ ਆਪੇ ਪਵਨ ਜਾਰੈ ਖਸਮ ਤਾ ਰਾਖੈ ਕਵਨ RAM ਜਪਤ ਤਨ ਜਰ ਕੀ ਨਾ ਜਾਏ RAM ਨਾਮ ਚਿਤ ਰਹਿਆ ਸਮਾਏ ਰਹਾਉ ਕਾਕੂ ਜਰੈ ਕਾਹੇ ਹੋਏ ਹਾਨ ਨਾਟ ਵਟ ਖੇਲੈ ਸਾਰਗ ਪਾਨ ਨਾਟ ਵਟ ਖੇਲੈ ਸਾਰਗ ਪਾਨ। ਕਹੋ ਕਬੀਰ ਅੱਖਰ ਦੋਇ ਭਾਖ ਹੋਏਗਾ ਖਸਮ ਤਾ ਲੇਗਾ ਰਾਖ। ਕਬੀਰ ਸਾਹਿਬ ਜੀ ਦੇ ਘਰ ਨੂੰ ਕਿਸੇ ਵੇਸ਼ਵਾ ਨੇ ਅੱਗ ਲਵਾ ਦਿੱਤੀ ਸੀ
ਤੇ ਕਬੀਰ ਸਾਹਿਬ ਜੀ ਆਪਣੇ ਆਨੰਦ 'ਚ ਬੈਠੇ ਹੋਏ ਸਨ। ਸੇਵਕਾਂ ਨੇ ਆਖਿਆ ਮਹਾਰਾਜ ਘਰ ਨੂੰ ਅੱਗ ਲੱਗ ਗਈ ਹੈ, ਕੋਈ ਹੀਲਾ ਕਰੀਏ। ਕਹਿੰਦੇ ਪਰਮੇਸ਼ਰ ਆਪ ਹੀ ਅੱਗ ਹੈ ਅਤੇ ਆਪ ਹੀ ਹਵਾ ਹੈ ਅਤੇ ਆਪ ਹੀ ਸਾੜਨ ਵਾਲਾ ਹੈ, ਅਤੇ ਰੱਖੇਗਾ ਕੌਣ? ਆਪੇ ਪਾਵਕ ਆਪੇ ਪਵਣਾ, ਜਾਰੈ ਖਸਮ ਤਾਂ ਰਾਖੈ ਕਵਣਾ। ਜੇ ਨਾਮ ਜਪਦਿਆਂ ਸਰੀਰ ਸੜ ਵੀ ਜਾਵੇ ਤਾਂ ਵੀ ਕੋਈ ਚਿੰਤਾ ਨਹੀਂ। ਐਸੀ ਅਵਸਥਾ 'ਚ ਮਹਾਂਪੁਰਸ਼ ਬੈਠੇ ਸਨ। ਦੇਖੋ ਕਿਤਨੀ ਉੱਚੀ ਅਵਸਥਾ ਦੀ ਇਹ ਗੱਲ ਹੈ ਸਾਧ ਸੰਗਤ ਜੀ। ਕਾ ਕੋ ਜਰੈ ਕਾਹੇ ਹੋਏ ਹਾਨ, ਨਾਟ ਵਟ ਖੇਲੈ ਸਾਰਗ ਪਾਨ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਨਾਟ ਵਟ ਕਸ ਕੇ ਪਾਠ, ਨਾਟ ਵਟ, ਹਾਂਜੀ ਨਾਟ ਵਟ, ਨਾਟ ਵਟ, ਹਾਂਜੀ ਨਾਟ ਬਾਜੀਗਰ, ਵਟ ਤਰਾਂ। ਹਾਂਜੀ ਗੌੜੀ ਕਬੀਰ ਜੀ ਦੋ ਪਦੇ, ਨਾ ਮੈਂ ਜੋਗ ਧਿਆਨ ਚਿਤ ਲਾਇਆ। ਬਿਨ ਬੈਰਾਗ ਨਾ ਛੂਟ ਸਮਾਇਆ। ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ RAM ਨਾਮ ਆਧਾਰਾ। ਰਹਾਉ ਕਹੋ ਕਬੀਰ ਖੋਜੋ ਅਸਮਾਨ, RAM ਸਮਾਨ ਨਾ ਦੇਖੋ ਆਨ। ਗੌੜੀ ਕਬੀਰ ਜੀ ਜਿਹ ਸਿਰ ਰਾਚ ਰਾਚ ਬਾਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਇਸ ਤਨ ਧਨ ਕੋ ਕਿਆ ਗਰਬਈਆ, RAM ਨਾਮ ਕਾਹੇ ਨਾ ਦ੍ਰਿੜੀਆ। ਰਹਾਉ ਕਹਿਤ ਕਬੀਰ ਸੁਨਹੁ ਮਨ ਮੇਰੇ, ਇਹੀ ਹਵਾਲ ਹੋਹੇਗੇ ਤੇਰੇ। ਇਸ ਤਨ ਧਨ ਕੋ ਕਿਆ ਗਰਬਈਆ, RAM ਨਾਮ ਕਾਹੇ ਨਾ ਦ੍ਰਿੜੀਆ। ਗੁਰਮੁਖਾਂ ਪਿਆਰਿਆਂ ਸ਼ੁੱਧ ਪਾਠ ਕੀਤਾ ਹੈ। ਇੱਥੇ ਵੀ ਸਾਡੇ ਪਾਠੀ ਸਿੰਘ ਦਰੜਈਆ ਬੋਲ ਜਾਂਦੇ ਨੇ। ਇਸ ਤਨ ਧਨ ਕੋ ਕਿਆ ਗਰਬਈਆ, ਇਹਦੇ ਨਾਲ ਮਿਲ ਕੇ ਦ੍ਰਿੜੀਆ ਨੂੰ ਦਰੜਈਆ ਬੋਲ ਜਾਂਦੇ ਨੇ। ਦਰੜਈਆ ਪਾਠ ਕਿਸੇ ਤਰ੍ਹਾਂ ਨਹੀਂ ਬਣਦਾ, ਕਿਉਂਕਿ ਅੜਾੜੇ ਨੂੰ ਬਿਹਾਰੀ ਹੈ, ਪੈਰ 'ਚ ਹਾਹਾ ਹੈ, ਐੜੇ ਕੰਨਾ ਹੈ। ਸੋ ਇਉਂ ਦਰੜਈਆ ਨਹੀਂ ਬਣਨਾ। ਦਰੜਈਆ ਤਾਂ ਬਣੇਗਾ ਜੇ ਈੜੀ ਲੱਗੀ ਹੋਈ ਹੋਵੇ ਤਾਂ। ਇਹ ਖਿਆਲ ਰੱਖਣਾ ਪਾਠ ਕਰਦਿਆਂ ਹੋਇਆਂ। ਇਸ ਤਨ ਧਨ ਕੋ ਕਿਆ ਗਰਬਈਆ, RAM ਨਾਮ ਕਾਹੇ ਨਾ ਦ੍ਰਿੜੀਆ। ਰਹਾਉ ਕਹਿਤ ਕਬੀਰ ਸੁਨਹੁ ਮਨ ਮੇਰੇ, ਇਹੀ ਹਵਾਲ ਹੋਹੇਗੇ ਤੇਰੇ। ਗੌੜੀ ਗੁਆਰੇਰੀ ਕੇ ਪਦੇ 35। ਇਹ ਸੂਚਨਾ ਦਿੱਤੀ ਹੈ ਕਿ ਗੌੜੀ ਗੁਆਰੇਰੀ ਵਿੱਚ 35 ਪਦੇ ਕੁੱਲ ਭਗਤ ਜੀ ਦੇ ਆਏ ਨੇ। ਇਹਨਾਂ ਵਿੱਚ ਚੌਪਦੇ ਸ਼ਬਦ ਵੀ ਆਏ ਨੇ, ਤੇਪਦੇ ਵੀ ਨੇ, ਦੁਪਦੇ ਵੀ ਨੇ ਔਰ ਪੰਚਪਦੇ ਵੀ ਆਏ ਨੇ। ਸੋ ਇਹ ਕੁੱਲ 35 ਪਦੇ ਆਏ ਹਨ। ਇਸ ਤੋਂ ਅੱਗੇ ਭਗਤ ਜੀ ਦੀ ਅਸ਼ਟਪਦੀ ਦੀ ਆਰੰਭਤਾ ਹੋ ਰਹੀ ਹੈ।